ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੀ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਵਾਈਡਨ ਦੀ ਸਲਾਹਕਾਰ ਉਪ ਕਮੇਟੀ ਨੇ H1B ਕਰਮਚਾਰੀਆਂ ਲਈ ਗ੍ਰੇਸ ਪੀਰੀਅਡ ਵਧਾਉਣ ਦੀ ਕੀਤੀ ਸਿਫਾਰਿਸ਼। ਭਾਰਤੀ ਪ੍ਰਵਾਸੀਆਂ ਦੇ ਖਿਲਾਫ ਸਾਬਤ ਹੋ ਰਹੀਆਂ ਬ੍ਰਿਟੇਨ ਦੇ ਰਿਸ਼ੀ ਸੁਨਕ ਸਰਕਾਰ ਦੀਆਂ ਨੀਤੀਆਂ। ਬੰਦੂਕ ਦੀ ਦੁਰਵਰਤੋਂ ਨੂੰ ਰੋਕਣ ਦੇ ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰ ਸਕਦੇ ਨੇ ਵਾਈਡਨ। ਰੂਸੀ ਜੈਟ ਨਾਲ ਟਕਰਾ ਕੇ ਕਾਲੇ ਸਾਗਰ ਵਿੱਚ ਡੁੱਬਿਆ ਅਮਰੀਕੀ ਡਰੋਨ। US ਅਧਿਕਾਰੀਆਂ ਨੇ ਕੀਤਾ ਵੱਡਾ ਦਾਅਵਾ। ਅਮਰੀਕਾ ਵਿੱਚ 12% ਵਧੇ ਨਫ਼ਰਤੀ ਅਪਰਾਧ। ਅਮਰੀਕਾ 'ਚ ਬਰਫੀਲਾ ਤੂਫਾਨ, 3 ਲੱਖ ਤੋਂ ਵਧੇਰੇ ਘਰਾਂ ਦੀ ਬਿਜਲੀ ਗੁੱਲ ਤੇ 1100 ਤੋਂ ਵੱਧ ਉਡਾਣਾਂ ਰੱਦ। ਤੇਜ਼ ਝੱਖੜ ਅਤੇ ਭਾਰੀ ਬਾਰਿਸ਼ ਨੇ ਕੈਲੀਫੋਰਨੀਆ ਦਾ ਜਨਜੀਵਨ ਕੀਤਾ ਅਸਤ-ਵਿਅਸਤ। ਅਮਰੀਕਾ 'ਚ ਪਤੀ ਪਤਨੀ ਦੀ ਹੱਤਿਆ ਉਪਰੰਤ ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ। ਨਹੀਂ ਰੁਕ ਰਿਹਾ ਗਨ ਕਲਚਰ ਦਾ ਸਿਲਸਿਲਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਇੱਕ ਸਲਾਹਕਾਰ ਉਪ ਕਮੇਟੀ ਨੇ ਨੌਕਰੀ ਗਵਾਉਣ ਵਾਲੇ H1B ਵੀਜ਼ਾ ਧਾਰਕ ਕਰਮਚਾਰੀਆਂ ਦੇ ਲਈ ਮੌਜੂਦਾ ਰਿਆਇਤ ਦੀ ਮਿਆਦ ਨੂੰ 60 ਦਿਨਾਂ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ ਕੀਤੀ ਹੈ ਤਾਂ ਕਿ ਕਰਮਚਾਰੀਆਂ ਨੂੰ ਨਵੀਂ ਨੌਕਰੀ ਲੱਭਣ ਦੇ ਲਈ ਲੋੜੀਂਦਾ ਸਮਾਂ ਮਿਲ ਸਕੇ। ਏਸ਼ੀਆਈ ਅਮਰੀਕੀ ਮੂਲ ਹਵਾਈ ਵਾਸੀ ਅਤੇ ਪ੍ਰਸ਼ਾਂਤ ਟਾਪੂ ਦੇ ਲੋਕਾਂ ਦੇ ਨਾਲ ਜੁੜੇ ਮਾਮਲਿਆਂ ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਦੇ ਮੈਂਬਰ ਅਜੇ ਜੈਨ ਪੁਟੋਰੀਆ ਨੇ ਮੰਗਲਵਾਰ ਨੂੰ ਕਿਹਾ ਕਿ ਇਮੀਗ੍ਰੇਸ਼ਨ ਉਪ ਕਮੇਟੀ ਨੇ ਗ੍ਰਹਿ ਸੁਰੱਖਿਆ ਮੰਤਰਾਲਾ ਅਤੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਉਹਨਾਂ H1B ਵੀਜ਼ਾ ਧਾਰਕਾਂ ਕਰਮਚਾਰੀਆਂ ਲਈ ਗ੍ਰੇਸ ਪੀਰੀਅਡ 60 ਦਿਨਾਂ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ ਕੀਤੀ ਹੈ ਜਿਨ੍ਹਾਂ ਨੇ ਆਪਣੀ ਨੌਕਰੀ ਗਵਾ ਦਿੱਤੀ ਹੈ। ਪਟੋਰੀਆ ਨੇ ਨੌਕਰੀ ਤੋਂ ਕੱਢੇ ਗਏ H1B ਕਰਮਚਾਰੀਆਂ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ। ਉਹਨਾਂ ਨੇ ਕਿਹਾ ਕਿ ਮੌਜੂਦਾ 60 ਦਿਨਾਂ ਦੀ ਮਿਆਦ ਕਾਫੀ ਨਹੀਂ ਹੈ ਅਤੇ ਇਸ ਦੌਰਾਨ ਕਈ ਸਮੱਸਿਆਵਾਂ ਪੇਸ਼ ਆਉਂਦੀਆਂ ਨੇ ਜਿਨ੍ਹਾਂ ਵਿੱਚ ਘੱਟ ਸਮੇਂ ਸੀਮਾ ਦੇ ਅੰਦਰ ਨਵੀਂ ਨੌਕਰੀ ਲੱਭਣਾ, H1B ਦੇ ਦਰਜੇ ਨੂੰ ਬਦਲਣ ਦੀ ਗੁੰਝਲਦਾਰ ਕਾਗਜ਼ੀ ਕਾਰਵਾਈ ਅਤੇ USCIS ਦੀ ਪ੍ਰਕਿਰਿਆ ਵਿੱਚ ਦੇਰੀ ਸ਼ਾਮਲ ਹੈ। ਇਸ ਦੇ ਨਾਲ ਹੀ ਸਲਾਹਕਾਰ ਕਮਿਸ਼ਨ ਨੇ ਗ੍ਰੀਨ ਕਾਰਡ ਅਰਜ਼ੀ ਦੇ ਸ਼ੁਰੂਆਤੀ ਪੜਾਵਾਂ ਦੇ ਵਿੱਚ ਰੁਜ਼ਗਾਰ ਅਧਿਕਾਰ ਕਾਰਡ ਜਾਰੀ ਕਰਨ ਦੀ ਸੰਭਾਵਨਾ ਤੇ ਚਰਚਾ ਕੀਤੀ। ਬਾਈਡਨ ਪ੍ਰਸ਼ਾਸਨ ਦੇ ਇਸ ਕਦਮ ਨੂੰ ਮਨਜ਼ੂਰੀ ਦੇਣ ਦੇ ਨਾਲ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਵਿੱਚ ਲੰਬਾ ਸਮਾਂ ਨਹੀਂ ਲੱਗੇਗਾ। ਰਿਸ਼ੀ ਸੁਨਕ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦੇ ਲਈ ਸਖਤ ਨੀਤੀ ਲਾਗੂ ਕਰ ਰਹੀ ਹੈ। ਇਸ ਦਾ ਅਸਰ ਉੱਥੇ ਰਹਿ ਰਹੇ ਕਾਨੂੰਨੀ ਭਾਰਤੀ ਪ੍ਰਵਾਸੀਆਂ ਤੇ ਪੈ ਰਿਹਾ ਹੈ। ਪਿਛਲੇ 4 ਸਾਲਾਂ ਦੇ ਦੌਰਾਨ UK 'ਚ ਗ੍ਰਹਿ ਮੰਤਰਾਲਾ ਨੇ 4.5 ਲੱਖ ਵਿਅਕਤੀਗਤ ਅਰਜ਼ੀਆਂ ਦੇ ਵਿੱਚੋਂ 63,000 ਨੂੰ ਰੱਦ ਕਰ ਦਿੱਤਾ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਪ੍ਰਵਾਸੀਆਂ ਨੂੰ ਨੌਕਰੀਆਂ ਨਾ ਦੇਣ ਦੇ ਆਦੇਸ਼ ਦਿੱਤੇ ਗਏ ਸਨ। ਇਹਨਾਂ 'ਚੋਂ 21,000 ਭਾਰਤੀ ਨੇ। ਮੀਡੀਆ ਰਿਪੋਰਟ ਦੇ ਅਨੁਸਾਰ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਪ੍ਰਭਾਵਿਤ ਭਾਰਤੀਆਂ ਸੰਬੰਧੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਰੰਗ ਭੇਦ ਅਤੇ ਨਸਲੀ ਪਛਾਣ ਦੇ ਕਾਰਨ ਭਾਰਤੀਆਂ ਨੂੰ ਗੈਰ ਕਾਨੂੰਨੀ ਪ੍ਰਵਾਸੀ ਮੰਨਿਆ ਜਾਂਦਾ ਹੈ। ਉਸ ਦੇ ਦਸਤਾਵੇਜ਼ ਮੁੱਢਲੇ ਤੌਰ ਤੇ ਰੱਦ ਕਰ ਦਿੱਤੇ ਗਏ ਨੇ। ਜਾਇਜ਼ ਭਾਰਤੀਆਂ ਨੂੰ ਬੈਂਕ ਖਾਤੇ ਖੋਲ੍ਹਣ, ਸਿਹਤ ਸਹੂਲਤਾਂ ਦਾ ਲਾਭ ਲੈਣ ਅਤੇ ਯਾਤਰਾ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੋਇਲਾ ਨੇ ਸਖਤ ਨੀਤੀਆਂ ਦਾ ਸਮਰਥਨ ਕਰਦੇ ਹੋਏ ਹਾਲ ਹੀ ਵਿੱਚ ਬਿਆਨ ਦਿੱਤਾ ਹੈ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਵਾਂਡਾ ਵਿੱਚ ਭੇਜਣਾ ਚਾਹੁੰਦੀ ਹੈ। UK ਵਿੱਚ ਨੀਤੀਆਂ ਦਾ ਮੁਲਾਂਕਣ ਕਰਨ ਵਾਲੀ ਇੱਕ ਸਰਕਾਰੀ ਰਿਪੋਰਟ ਦੇ ਵਿੱਚ ਦੱਖਣੀ ਏਸ਼ੀਆਈ, ਖਾਸ ਕਰਕੇ ਭਾਰਤ ਤੋਂ ਆਏ ਪ੍ਰਵਾਸੀਆਂ ਵਿਰੁੱਧ ਵਿਤਕਰੇ ਨੂੰ ਸਵੀਕਾਰ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਮੰਗਲਵਾਰ ਨੂੰ ਉਸ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰ ਸਕਦੇ ਨੇ ਜਿਸ ਦਾ ਉਦੇਸ਼ ਬੰਦੂਕ ਦੀ ਦੁਰਵਰਤੋਂ ਨੂੰ ਰੋਕਣਾ ਹੈ। ਇਸ ਆਦੇਸ਼ ਦੇ ਲਾਗੂ ਹੋਣ ਤੋਂ ਬਾਅਦ ਬੰਦੂਕ ਖਰੀਦਣ ਵਾਲੇ ਕਿਸੇ ਵੀ ਵਿਅਕਤੀ ਦੇ ਪਿਛੋਕੜ ਦੀ ਹੋਰ ਵਧੇਰੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਸਕੇਗੀ। ਨਾਲ ਹੀ ਹਥਿਆਰਾਂ ਦੀ ਬਿਹਤਰ ਅਤੇ ਵਧੇਰੇ ਸੁਰੱਖਿਅਤ ਸਟੋਰੇਜ ਨੂੰ ਉਤਸ਼ਾਹਿਤ ਕੀਤਾ ਜਾਏਗਾ। ਇਸ ਕਾਰਜਕਾਰੀ ਆਦੇਸ਼ ਦਾ ਉਦੇਸ਼ ਇਹ ਯਕੀਨੀ ਬਣਾਉਣਾ ਵੀ ਹੈ ਕਿ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪਿਛਲੀਆਂ ਗਰਮੀਆਂ 'ਚ ਲਾਗੂ ਕੀਤੇ ਗਏ ਬੰਦੂਕ ਕੰਟਰੋਲ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕਰ ਸਕਦੀਆਂ ਨੇ।
ਵਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਈਡਨ ਕੈਲੀਫੋਰਨੀਆ ਦੇ ਮੋਂਟੇਰੇ ਪਾਰਕ ਵਿੱਚ ਹੋਣ ਵਾਲੇ ਆਪਣੇ ਸੰਬੋਧਨ ਦੇ ਦੌਰਾਨ ਬੰਦੂਕ ਦੀ ਦੁਰਵਰਤੋਂ ਨੂੰ ਰੋਕਣਗੇ ਆਪਣੇ ਤਾਜ਼ਾ ਯਤਨਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਨੇ। ਜ਼ਿਕਰਯੋਗ ਹੈ ਕਿ ਜਨਵਰੀ ਵਿੱਚ ਇੱਕ ਵਿਅਕਤੀ ਨੇ ਲਾਸ ਏਂਜਲਸ ਦੇ ਨੇੜੇ ਇੱਕ ਡਾਂਸ ਹਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸੀ। ਅਮਰੀਕਾ 'ਚ ਅੰਨ੍ਹੇਵਾਹ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹਥਿਆਰਾਂ ਦੀ ਦੁਰਵਰਤੋਂ ਤੇ ਰੋਕ ਲਗਾਉਣ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਯੂਕਰੇਨ ਯੁੱਧ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਅਮਰੀਕੀ ਡਰੋਨ ਇੱਕ ਰੂਸੀ ਲੜਾਕੂ ਜਹਾਜ਼ ਨਾਲ ਟਕਰਾ ਗਿਆ ਅਤੇ ਕਾਲੇ ਸਾਗਰ ਵਿੱਚ ਡਿੱਗ ਗਿਆ। ਇਹ ਜਾਣਕਾਰੀ ਅਮਰੀਕੀ ਫੌਜ ਨੇ ਦਿੱਤੀ ਹੈ। ਇਸ ਦੇ ਨਾਲ ਹੀ ਖਬਰਾਂ ਦੇ ਮੁਤਾਬਕ ਰੂਸੀ ਫਾਈਟਰ ਜੈਟ ਨੇ ਅਮਰੀਕੀ ਫੌਜ ਦੇ ਡਰੋਨ ਨੂੰ ਟੱਕਰ ਮਾਰ ਕੇ ਕਾਲੇ ਸਾਗਰ 'ਚ ਡੁਬੋ ਦਿੱਤਾ। ਮੰਗਲਵਾਰ ਨੂੰ ਕਾਲਾ ਸਾਗਰ ਤੇ ਉਸ ਸਮੇਂ ਅਜੀਬੋ-ਗਰੀਬ ਸਥਿਤੀ ਬਣ ਗਈ ਜਦੋਂ ਇੱਕ ਰੂਸੀ ਜੈਟ ਅਤੇ ਅਮਰੀਕੀ MQ-9 ਰੀਪਰ ਡਰੋਨ ਆਮੋ ਸਾਹਮਣੇ ਹੋ ਗਏ। ਇਸ ਦੌਰਾਨ ਰੂਸੀ ਜੈਟ ਨੇ ਅਮਰੀਕੀ ਡਰੋਨ ਦੇ ਪ੍ਰੋਪੇਲਰ ਨੂੰ ਨੁਕਸਾਨ ਪਹੁੰਚਾਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਰੀਪਰ ਡਰੋਨ ਅਤੇ 2 ਰੂਸੀ Su-27 ਲੜਾਕੂ ਜਹਾਜ਼ ਕਾਲੇ ਸਾਗਰ ਦੇ ਉੱਪਰ ਅੰਤਰਰਾਸ਼ਟਰੀ ਪਾਣੀਆਂ ਤੇ ਚੱਕਰ ਲਗਾ ਰਹੇ ਸਨ। CNN ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਸ ਦੌਰਾਨ ਇੱਕ ਰੂਸੀ ਜੈਟ ਜਾਣ-ਬੁੱਝ ਕੇ ਅਮਰੀਕੀ ਡਰੋਨ ਦੇ ਸਾਹਮਣੇ ਆ ਗਿਆ ਅਤੇ ਜੈਟ ਤੋਂ ਤੇਲ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਜੈਟ ਨੇ ਡਰੋਨ ਦੇ ਪ੍ਰੋਪੈਲਰ ਨੂੰ ਨੁਕਸਾਨ ਪਹੁੰਚਾਇਆ। ਇਹ ਪ੍ਰੋਪੈਲਰ ਡਰੋਨ ਦੇ ਪਿਛਲੇ ਹਿੱਸੇ ਨਾਲ ਜੁੜਿਆ ਹੋਇਆ ਸੀ। ਪ੍ਰੋਪੈਲਰ ਖਰਾਬ ਹੋਣ ਤੋਂ ਬਾਅਦ ਅਮਰੀਕੀ ਬਲਾਂ ਨੂੰ ਡਰੋਨ ਨੂੰ ਕਾਲੇ ਸਾਗਰ ਵਿੱਚ ਸੁੱਟਣ ਦੇ ਲਈ ਮਜਬੂਰ ਹੋਣਾ ਪਿਆ। ਦੱਸ ਦੇਈਏ ਕਿ ਪ੍ਰੋਪੈਲਰ ਡਰੋਨ ਦੇ ਪੱਖੇ ਦੀ ਤਰ੍ਹਾਂ ਹੁੰਦਾ ਹੈ। ਜਦੋਂ ਇਸ ਦਾ ਬਲੇਡ ਘੁੰਮਦਾ ਹੈ ਤਾਂ ਇਹ ਥਰਸਟ ਬਣਾਉਂਦਾ ਹੈ ਅਤੇ ਡਰੋਨ ਨੂੰ ਉੱਡਣ ਦੇ ਵਿੱਚ ਮਦਦ ਕਰਦਾ ਹੈ। ਅਮਰੀਕਾ ਵਿੱਚ ਸਨ 2021 ਦੇ ਦੌਰਾਨ ਨਫ਼ਰਤੀ ਅਪਰਾਧਾਂ ਦੇ ਵਿੱਚ 12% ਵਾਧਾ ਹੋਇਆ ਹੈ। ਸੰਘੀ ਜਾਂਚ ਬਿਊਰੋ ਨੇ ਖੁਲਾਸਾ ਕੀਤਾ ਕਿ ਨਸਲ ਜਾਂ ਵੰਸ਼ਵਾਦ ਕਰਕੇ 64.5% ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। FBI ਵੱਲੋਂ ਜਾਰੀ ਕੀਤੀ ਗਈ ਆਪਣੀ ਸਾਲਾਨਾ ਰਿਪੋਰਟ ਦੇ ਮੁਤਾਬਕ 43.2% ਅਪਰਾਧ ਧਮਕਾਉਣ ਦੇ ਨਾਲ ਸੰਬੰਧਿਤ ਨੇ। FBI ਨੇ ਦੱਸਿਆ ਕਿ ਕੌਮੀ ਪੱਧਰ ਤੇ ਨਸਲੀ ਅਪਰਾਧ ਦੇ ਸਨ 2020 'ਚ 8120 ਅਤੇ 2021 ਚ 9065 ਮਾਮਲੇ ਦਰਜ ਕੀਤੇ ਗਏ। ਇਸ ਤਰ੍ਹਾਂ 11.6% ਅਪਰਾਧ ਵਧੇ ਨੇ। ਰਿਪੋਰਟ ਦੇ ਵਿੱਚ 10,840 ਘਟਨਾਵਾਂ ਤੇ 12,411 ਅਪਰਾਧ ਦੇ ਮਾਮਲੇ ਸ਼ਾਮਲ ਨੇ। ਕੈਲੀਫੋਰਨੀਆ ਦੇ ਵਿੱਚ ਤੂਫਾਨ, ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ, ਜਿਸ ਨਾਲ ਬਹੁਤ ਸਾਰੀਆਂ ਸੜਕਾਂ ਅਤੇ ਫ੍ਰੀਵੇ ਦੇ ਉੱਤੇ ਦੀ ਪਾਣੀ ਲੰਘਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ। ਬਹੁਤ ਦਰਿਆ ਅਤੇ ਨਹਿਰਾਂ ਖਤਰੇ ਦੇ ਨਿਸ਼ਾਨੇ ਦੇ ਉੱਪਰ ਚੱਲ ਰਹੇ ਨੇ। ਮੌਸਮ ਵਿਭਾਗ ਵੱਲੋਂ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਹੋਇਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਕਈ ਥਾਵਾਂ ਤੇ ਦਰਖਤ ਅਤੇ ਢਿੱਗਾਂ ਡਿੱਗਣ ਦੇ ਸਮਾਚਾਰ ਪ੍ਰਾਪਤ ਹੋਏ ਨੇ, ਜਿਸ ਦੇ ਨਾਲ ਰਸਤੇ ਬੰਦ ਹੋ ਗਏ ਨੇ। ਇਸ ਨਾਲ ਬਹੁਤ ਸਾਰੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਕਈ ਥਾਵਾਂ ਤੇ ਪਾਣੀ 6 ਫੁੱਟ ਤੋਂ ਵੀ ਵੱਧ ਖੜਾ ਹੈ ਅਤੇ ਬਰਫ਼ਬਾਰੀ 8-8 ਫੁੱਟ ਤੱਕ ਪੈ ਚੁੱਕੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਵੱਲੋਂ ਦਰਿਆਵਾਂ ਅਤੇ ਨਦੀਆਂ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਹੇਠਲੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਹਾਲਾਤ ਦੇ ਮੱਦੇਨਜ਼ਰ ਕੈਲੀਫੋਰਨੀਆ ਨੂੰ ਮਦਦ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿੱਚ ਪਿਛਲੇ ਲਗਭਗ 4 ਸਾਲਾਂ ਤੋਂ ਸੋਕਾ ਪਿਆ ਹੋਇਆ ਸੀ, ਪਰ ਇਸ ਵਾਰ ਬਾਰਿਸ਼ ਨੇ ਪਾਣੀ ਦਾ ਪੱਧਰ ਫਿਰ ਉੱਚਾ ਕਰ ਦਿੱਤਾ ਹੈ। ਭਾਰੀ ਬਾਰਿਸ਼ ਕਾਰਨ ਵਪਾਰ ਅਤੇ ਟਰੱਕਿੰਗ ਤੇ ਬੁਰਾ ਅਸਰ ਪਿਆ ਹੈ। ਇਸ ਵਾਰ ਬਰਫ਼ ਜ਼ਿਆਦਾ ਪੈਣ ਕਾਰਨ ਟਰੱਕਿੰਗ ਬਿਜ਼ਨਸ ਲਗਭਗ ਠੱਪ ਹੋ ਕੇ ਰਹਿ ਗਿਆ ਹੈ। ਸਟੋਰਾਂ ਵਾਲਿਆਂ ਦੀ ਸੇਲ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਦੇ ਇਲਾਵਾ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਮਰੀਕਾ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਜਾਰੀ ਹੈ। ਇਸ ਦੌਰਾਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਦੇ ਇਲਾਵਾ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੰਗਲਵਾਰ ਨੂੰ ਸੰਯੁਕਤ ਰਾਜ ਦੇ ਵਿੱਚ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਭਾਰੀ ਬਰਫ਼, ਹਵਾਵਾਂ ਅਤੇ ਤੂਫਾਨ ਕਾਰਨ ਹਜ਼ਾਰਾਂ ਉਡਾਣਾਂ ਵਿੱਚ ਦੇਰੀ ਹੋਈ। ਫਲਾਈਟ ਟਰੈਕਿੰਗ ਸਾਈਟ ਫਲਾਈਟ ਅਵੇਅਰ ਦੇ ਅਨੁਸਾਰ ਸ਼ਾਮ 7 ਵਜੇ ਤੱਕ ਸੰਯੁਕਤ ਰਾਜ ਦੇ ਅੰਦਰ ਜਾਂ ਬਾਹਰ ਲਗਭਗ 1150 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। 4700 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਬੋਸਟਨ ਲੋਗਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਹਵਾਈ ਅੱਡੇ ਤੇ ਆਉਣ ਤੋਂ ਪਹਿਲਾਂ ਆਪਣੀ 에ਅਰਲਾਈਨਸ ਤੋਂ ਫਲਾਈਟ ਸਥਿਤੀ ਦੀ ਜਾਂਚ ਕਰਨ। ਪੂਰੇ ਕੈਲੀਫੋਰਨੀਆ ਵਿੱਚ ਰਾਜ ਦੀਆਂ 58 ਕਾਉਂਟੀਜ਼ ਦੇ ਵਿੱਚੋਂ 40 ਵਿੱਚ ਐਮਰਜੈਂਸੀ ਦੀ ਸਥਿਤੀ ਸਨ ਔਰ ਤਾਜ਼ਾ ਤੂਫਾਨ ਦੇ ਮੱਦੇਨਜ਼ਰ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ੋਮ ਨੇ 3 ਵਾਧੂ ਕਾਉਂਟੀਜ਼ ਅਲਪਾਈਨ, ਔਰੇਂਜ ਅਤੇ ਟ੍ਰਿਨਿਟੀ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
ਅਮਰੀਕਾ ਦੀ ਕਿੰਗ ਕਾਉਂਟੀ ਦੀ ਰੈਡਮੌਂਡ ਵਿਖੇ ਇੱਕ ਔਰਤ ਨੂੰ ਆਨਲਾਈਨ ਕੀਤੀ ਦੋਸਤੀ ਦੀ ਕੀਮਤ ਆਪਣੇ ਪਤੀ ਸਮੇਤ ਆਪਣੀ ਜਾਨ ਗਵਾ ਕੇ ਚੁਕਾਉਣੀ ਪਈ ਹੈ। 38 ਸਾਲਾ ਰਮਨ ਨੇ ਪਤੀ ਪਤਨੀ ਦੀ ਹੱਤਿਆ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਰੈਡਮੌਂਡ ਪੁਲਿਸ ਵਿਭਾਗ ਦੇ ਅਨੁਸਾਰ ਹਮਲਾਵਰ ਬੈਡਰੂਮ ਦੀ ਖਿੜਕੀ ਰਾਹੀਂ ਅੰਦਰ ਦਾਖਲ ਹੋਇਆ। ਪੁਲਿਸ ਅਫਸਰ ਜਦੋਂ ਮੌਕੇ ਉੱਪਰ ਪੁੱਜੇ ਤਾਂ ਪਤੀ ਪਤਨੀ ਦੀ ਮੌਤ ਹੋ ਚੁੱਕੀ ਸੀ, ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਖੋਡਾ ਕਰਮਰੀਜ਼ੀ ਦੀ ਲਾਸ਼ ਵੀ ਘਰੋਂ ਵਿੱਚੋਂ ਹੀ ਬਰਾਮਦ ਹੋਈ ਹੈ। ਉਸ ਵੇਲੇ ਘਰ 'ਚ ਮ੍ਰਿਤਕ ਔਰਤ ਦੀ ਮਾਂ ਵੀ ਮੌਜੂਦ ਸੀ, ਪਰ ਉਹ ਬਾਲ-ਬਾਲ ਬਚ ਗਈ। ਰੈਡਮੌਂਡ ਪੁਲਿਸ ਮੁਖੀ ਡੋਰੇ ਲॉ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੈਕਸਾਸ ਵਾਸੀ ਖੋਡਾ ਕਰਮਰੀਜ਼ੀ ਟਰੱਕ ਡਰਾਈਵਰ ਸੀ। ਪੁਲਿਸ ਅਨੁਸਾਰ ਆਨਲਾਈਨ ਗੱਲਬਾਤ ਤੋਂ ਬਾਅਦ ਔਰਤ ਤੇ ਸ਼ੱਕੀ ਵਿਅਕਤੀ ਦੋਸਤ ਬਣ ਗਏ। ਸੰਬੰਧਾਂ ਵਿੱਚ ਆਏ ਤਣਾਅ ਤੋਂ ਬਾਅਦ ਔਰਤ ਨੇ ਸ਼ੱਕੀ ਵਿਅਕਤੀ ਵਿਰੁੱਧ ਪ੍ਰੋਟੈਕਸ਼ਨ ਆਰਡਰ ਪ੍ਰਾਪਤ ਕੀਤੇ ਸੀ, ਪਰੰਤੂ ਪੁਲਿਸ ਪ੍ਰੋਟੈਕਸ਼ਨ ਆਰਡਰ ਦੀ ਤਾਮੀਲ ਕਰਵਾਉਣ ਦੇ ਲਈ ਸ਼ੱਕੀ ਦੇ ਨਾਲ ਸੰਪਰਕ ਨਹੀਂ ਕਰ ਸਕੀ। ਲॉ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਮੂਲ ਦੇ ਇੱਕ ਨੌਜਵਾਨ ਨੇ RNA ਅਣੂਆਂ ਦੀ ਬਣਤਰ ਦੀ ਭਵਿੱਖਬਾਣੀ ਕਰਨ ਵਾਲਾ ਕੰਪਿਊਟਰ ਮਾਡਲ ਵਿਕਸਿਤ ਕਰਕੇ $2,50,000 ਦਾ ਇੱਕ ਵਕਾਰੀ ਹਾਈ ਸਾਇੰਸ ਇਨਾਮ ਜਿੱਤਿਆ ਹੈ। ਇਹ ਮਾਡਲ ਬਿਮਾਰੀਆਂ ਦਾ ਜਲਦੀ ਨਿਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ। 17 ਸਾਲਾ ਨੀਲ ਨੂੰ ਮੰਗਲਵਾਰ ਨੂੰ ਰਿਜਨਰੌਨ ਸਾਇੰਸ ਟੈਲੈਂਟ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ। 17 ਸਾਲਾ ਅੰਬਿਕਾ ਗਰੋਵਰ $80,000 ਦੇ ਪੁਰਸਕਾਰ ਦੇ ਲਈ 6ਵੇਂ ਸਥਾਨ ਤੇ ਰਹੀ ਅਤੇ 18 ਸਾਲਾ ਸਿੱਧੂ ਪਚੀਪਾਲਾ $50,000 ਦੇ ਇਨਾਮ ਲਈ 9ਵੇਂ ਸਥਾਨ ਤੇ ਰਹੀ। ਲਗਭਗ 2000 ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਟੈਲੈਂਟ ਸਰਚ ਵਿੱਚ ਹਿੱਸਾ ਲਿਆ, ਜਿਨ੍ਹਾਂ ਤੋਂ 40 ਨੂੰ ਫਾਈਨਲ ਰਾਊਂਡ ਵਿੱਚ ਚੁਣਿਆ ਗਿਆ। ਗਰੋਵਰ ਨੇ ਖੂਨ ਦੇ ਥੱਕਿਆਂ ਨੂੰ ਤੋੜਨ ਅਤੇ ਦਿਮਾਗ ਦੇ ਵਿੱਚ ਖੂਨ ਦੇ ਪ੍ਰਵਾਹ ਨੂੰ ਬਹਾਲ ਕਰਕੇ ਸਟ੍ਰੋਕ ਪੀੜਤਾਂ ਦਾ ਇਲਾਜ ਕਰਨ ਦੇ ਲਈ ਇੱਕ ਇੰਜੈਕਟੇਬਲ ਮਾਈਕਰੋਬਬਲ ਵਿਕਸਿਤ ਕੀਤਾ। ਉੱਥੇ ਹੀ ਪਚੀਪਾਲਾ ਨੇ ਮਰੀਜ਼ ਦੇ ਆਤਮ ਹੱਤਿਆ ਦੇ ਜ਼ੋਖਮ ਦਾ ਮੁਲਾਂਕਣ ਕਰਨ ਦੇ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ। ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਨੋਵੋ ਨੋਰਡਿਸਕ ਕੰਪਨੀ ਨੇ ਸ਼ੂਗਰ ਦੀਆਂ ਦਵਾਈਆਂ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕੀਤੀ ਹੈ। ਕੰਪਨੀ ਨੇ ਇਹ ਫੈਸਲਾ ਇਲਾਜ ਦੀ ਵੱਧਦੀ ਲਾਗਤ ਦੇ ਮੱਦੇਨਜ਼ਰ ਲਿਆ। ਦੱਸ ਦੇਈਏ ਕਿ ਨੋਵੋ ਨੋਰਡਿਸਕ ਅਮਰੀਕਾ ਸਮੇਤ ਦੁਨੀਆ ਦੀ ਸਭ ਤੋਂ ਵੱਡੀ ਡਰੱਗ ਨਿਰਮਾਤਾ ਕੰਪਨੀ ਹੈ। ਮੰਗਲਵਾਰ ਨੂੰ ਕੰਪਨੀ ਦੇ ਦੁਆਰਾ ਇੱਕ ਬਿਆਨ ਜਾਰੀ ਕੀਤਾ ਗਿਆ ਸੀਗਾ ਕਿ ਉਹ ਸ਼ੂਗਰ ਦੀਆਂ ਦਵਾਈਆਂ ਵਿੱਚ 75% ਦੀ ਕਟੌਤੀ ਕਰੇਗੀ। ਕੰਪਨੀ ਨੇ ਕਿਹਾ ਕਿ ਅਗਲੇ ਸਾਲ ਜਨਵਰੀ 2024 ਤੋਂ ਨੋਵੋਲਿਨ ਅਤੇ ਲੇਵੇਮਿਰ ਦੀਆਂ ਕੀਮਤਾਂ 'ਚ 65% ਤੱਕ ਦੀ ਕਟੌਤੀ ਕੀਤੀ ਜਾਏਗੀ। ਇਸ ਤੋਂ ਇਲਾਵਾ ਨੋਵੋ ਨੇ ਆਪਣੇ ਗੈਰ ਬ੍ਰਾਂਡਡ ਡਾਇਬੀਟਿਸ ਪ੍ਰੋਡਕਟਸ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾਈ ਤਾਂ ਕਿ ਨੋਵੋ ਦੇ ਸੰਬੰਧਿਤ ਬ੍ਰਾਂਡਾਂ ਦੀਆਂ ਘੱਟ ਕੀਮਤਾਂ ਦੇ ਨਾਲ ਮਿਲਾਨ ਕੀਤਾ ਜਾ ਸਕੇ। ISIS ਨੂੰ ਖੁਸ਼ ਕਰਨ ਦੇ ਲਈ 2017 ਵਿੱਚ ਟਰੱਕ ਨੂੰ ਕਥਿਤ ਤੌਰ ਤੇ ਸੜਕ ਉੱਪਰ ਜਾ ਰਹੇ ਲੋਕਾਂ ਤੇ ਚਾੜ ਦੇਣ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤੇ ਸੈਫੁੱਲੋ ਨੂੰ ਉਮਰ ਭਰ ਦੇ ਲਈ ਜੇਲ੍ਹ ਵਿੱਚ ਰਹਿਣਾ ਪਏਗਾ। ਇਸ ਘਟਨਾ ਦੇ ਵਿੱਚ 8 ਲੋਕ ਮਾਰੇ ਗਏ ਸੀ। ਸੋਮਵਾਰ ਨੂੰ ਜਿਊਰੀ ਨੇ ਕਿਹਾ ਕਿ ਉਹ ਸਾਈਪੋਵ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਸਰਬਸੰਮਤੀ ਦੇ ਨਾਲ ਸਿੱਟੇ ਉੱਪਰ ਨਹੀਂ ਪੁੱਜ ਸਕੇ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ US ਅਟਾਰਨੀ ਨੇ ਕਿਹਾ ਕਿ ਮੌਤ ਦੀ ਸਜ਼ਾ ਦੀ ਵਿਵਸਥਾ ਨਾ ਹੋਣ ਕਾਰਨ ਸਾਈਪੋਵ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਜਿਊਰੀ ਦੇ ਵਿੱਚ ਸਰਬਸੰਮਤੀ ਹੋਣੀ ਜ਼ਰੂਰੀ ਸੀ, ਜੋ ਨਹੀਂ ਹੋ ਸਕੀ। ਇਸ ਦੇ ਲਈ ਉਮਰ ਭਰ ਜੇਲ੍ਹ ਦੀ ਸੰਭਾਵੀ ਸਜ਼ਾ ਹੈ, ਜਿਸ ਨੂੰ US ਡਿਸਟ੍ਰਿਕਟ ਜੱਜ ਵਰਨੌਨ ਬ੍ਰੌਡਰਿਕ ਨੇ ਪ੍ਰਵਾਨ ਕਰ ਲਿਆ ਹੈ। ਫੇਸਬੁੱਕ ਦੀ ਮਾਲਕ ਕੰਪਨੀ ਮੈਟਾ ਨੇ 10,000 ਹੋਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪੈਸੇ ਬਚਾਉਣ ਦੇ ਲਈ ਕੰਪਨੀ ਪਹਿਲਾਂ ਕੱਢੀਆਂ ਗਈਆਂ 5,000 ਅਸਾਮੀਆਂ ਵੀ ਨਹੀਂ ਭਰੇਗੀ। ਕੰਪਨੀ ਨੇ ਕਿਹਾ ਕਿ ਉਹ ਨੌਕਰੀਆਂ ਦੇਣ ਵਾਲੀ ਆਪਣੀ ਰਿਕਰੂਟਿੰਗ ਟੀਮ ਨੂੰ ਵੀ ਛੋਟਾ ਕਰੇਗੀ। ਅਪ੍ਰੈਲ ਵਿੱਚ ਕੰਪਨੀ ਆਪਣੇ ਤਕਨੀਕੀ ਗਰੁੱਪਾਂ ਨੂੰ ਛੋਟਾ ਕਰੇਗੀ। ਇਸ ਤੋਂ ਇਲਾਵਾ ਮਈ ਵਿੱਚ ਕਾਰੋਬਾਰੀ ਗਰੁੱਪਾਂ 'ਚ ਵੀ ਛਾਂਟੀ ਹੋਏਗੀ। ਫੇਸਬੁੱਕ ਦੇ CEO ਮਾਰਕ ਜ਼ਕਰਬਰਗ ਨੇ ਕਿਹਾ ਕਿ ਛਾਂਟੀ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੰਪਨੀ ਦੀ ਸਫਲਤਾ ਦੇ ਵਿੱਚ ਯੋਗਦਾਨ ਦੇਣ ਵਾਲੇ ਹਜ਼ਾਰਾਂ ਮਾਹਿਰਾਂ ਨੂੰ ਅਲਵਿਦਾ ਕਹਿਣਾ ਪਏਗਾ। ਕੰਪਨੀ ਇਸੇ ਦੌਰਾਨ ਮੈਟਾਵਰਸ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਫਰਵਰੀ ਵਿੱਚ ਕੰਪਨੀ ਦਾ ਲਾਭ ਤੇ ਮਾਲੀਆ ਲਾਗਤ ਚੌਥੀ ਤਿਮਾਹੀ ਵਿੱਚ ਘਟਿਆ ਹੈ। ਵੇਰਵਿਆਂ ਦੇ ਮੁਤਾਬਕ ਕੰਪਨੀ ਦਾ ਆਨਲਾਈਨ ਇਸ਼ਤਿਹਾਰ ਘਟਿਆ ਹੈ ਤੇ ਇਸ ਨੂੰ ਟਿਕਟੌਕ ਵਰਗੇ ਪਲੇਟਫਾਰਮ ਤੋਂ ਵੀ ਟੱਕਰ ਮਿਲ ਰਹੀ ਹੈ। ਅਮਰੀਕਾ ਤੇ ਦੱਖਣ ਕੋਰੀਆ ਦੀਆਂ ਫੌਜਾਂ ਨੇ ਵੱਡੇ ਪੱਧਰ ਉੱਤੇ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਦੋਵੇਂ ਦੇਸ਼ਾਂ ਦੇ ਵੱਲੋਂ ਕਈ ਸਾਲਾਂ ਬਾਅਦ ਇੰਨੇ ਵੱਡੇ ਪੱਧਰ ਉੱਤੇ ਅਜਿਹਾ ਅਭਿਆਸ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉੱਤਰੀ ਕੋਰੀਆ ਨੇ ਕਿਹਾ ਕਿ ਉਹ ਪਣਡੁੱਬੀਆਂ ਤੋਂ ਦਾਗੀਆਂ ਜਾ ਸਕਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਸਫਲ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਵੱਲੋਂ ਕੀਤੇ ਗਏ ਮਿਸਾਈਲ ਪ੍ਰੀਖਣ ਨੂੰ ਜੰਗੀ ਅਭਿਆਸ ਦੇ ਜਵਾਬ ਵਿੱਚ ਕੀਤੀ ਕਾਰਵਾਈ ਮੰਨਿਆ ਜਾ ਰਿਹਾ। ਉੱਤਰੀ ਕੋਰੀਆ ਵੱਲੋਂ ਹੋਰ ਪ੍ਰੀਖਣ ਕੀਤੇ ਜਾਣ ਦੀ ਸੰਭਾਵਨਾ ਹੈ। ਦੱਖਣੀ ਕੋਰੀਆ ਤੇ ਅਮਰੀਕਾ ਦਾ ਜੰਗੀ
ਅਭਿਆਸ 11 ਦਿਨ ਤੱਕ ਚੱਲੇਗਾ। ਪਿਛਲੇ ਹਫ਼ਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਆਪਣੀ ਫੌਜ ਨੂੰ ਹੁਕਮ ਦਿੱਤੇ ਸੀਗੇ ਕਿ ਉਹ ਵਿਰੋਧੀਆਂ ਨੂੰ ਪਿੱਛੇ ਮੋੜਨ ਦੇ ਲਈ ਤਿਆਰ ਰਹਿਣ। ਦੱਸਣਯੋਗ ਹੈ ਕਿ ਉੱਤਰੀ ਕੋਰੀਆ ਵੱਲੋਂ ਵੱਧ ਰਹੇ ਪਰਮਾਣੂ ਖਤਰਿਆਂ ਦੇ ਚਾਈਨਾ ਵੱਲੋਂ ਅੱਗੇ ਵਧਣ ਦੀ ਇੱਛਾ ਕਾਰਨ ਅਮਰੀਕਾ ਨੂੰ ਹੁਣ ਏਸ਼ੀਆ ਵਿੱਚ ਗੱਠਜੋੜ ਕਰਨ ਦੇ ਲਈ ਕਦਮ ਚੁੱਕਣੇ ਪੈ ਰਹੇ ਨੇ। ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਬੈਲਿਸਟਿਕ ਮਿਜ਼ਾਈਲ ਦਾਗੀ। ਸਿਓਲ ਨੇ ਇੱਕ ਬਿਆਨ 'ਚ ਕਿਹਾ ਕਿ ਉੱਤਰੀ ਕੋਰੀਆ ਨੇ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਸੰਯੁਕਤ ਫੌਜੀ ਅਭਿਆਸ ਸ਼ੁਰੂ ਹੋਣ ਤੋਂ ਠੀਕ ਪਹਿਲਾਂ 2 ਕਰੂਜ਼ ਮਿਜ਼ਾਈਲਾਂ ਦਾਗੀਆਂ। ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ 3 ਦਿਨਾਂ ਵਿੱਚ ਪਿਓਆਂਗ ਦੀ ਇਹ ਦੂਜੀ ਲਾਂਚਿੰਗ ਸੀ ਅਤੇ ਜਦੋਂ ਤੋਂ ਦੱਖਣੀ ਕੋਰੀਆ ਤੇ ਅਮਰੀਕਾ ਨੇ 5 ਸਾਲਾਂ ਵਿੱਚ ਆਪਣਾ ਸਭ ਤੋਂ ਵੱਡਾ ਸੰਯੁਕਤ ਫੌਜੀ ਅਭਿਆਸ ਸ਼ੁਰੂ ਕੀਤਾ ਹੈ। ਜੁਆਇੰਟ ਚੀਫ ਆਫ ਸਟਾਫ ਨੇ ਇੱਕ ਬਿਆਨ 'ਚ ਕਿਹਾ ਉੱਤਰੀ ਕੋਰੀਆ ਨੇ ਪੂਰਬੀ ਸਾਗਰ ਵੱਲ ਇੱਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਰੂਜ਼ ਮਿਜ਼ਾਈਲ ਦੇ ਪਰੀਖਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਨੇ ਸੋਮਵਾਰ ਨੂੰ ਇੱਕ ਅਣਪਛਾਤੀ ਮਿਜ਼ਾਈਲ ਦੇ ਪਰੀਖਣ ਨੂੰ ਹਾਸਲ ਕੀਤਾ। ਯੂਐਸ ਨੇ ਬਿਆਨ 'ਚ ਅੱਗੇ ਕਿਹਾ ਕਿ ਮਿਜ਼ਾਈਲ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੇ ਲਈ ਦੱਖਣੀ ਕੋਰੀਆ ਤੇ ਅਮਰੀਕੀ ਖੁਫੀਆ ਅਧਿਕਾਰੀਆਂ ਵੱਲੋਂ ਸਹੀ ਵਿਸ਼ਲੇਸ਼ਣ ਕੀਤਾ ਜਾ ਰਿਹਾ। ਉੱਤਰੀ ਕੋਰੀਆ ਨੇ ਫੌਜੀ ਅਭਿਆਸ ਨੂੰ ਹਮਲੇ ਦੀ ਰਿਹਰਸਲ ਦੱਸਿਆ ਹੈ। ਨਾਲ ਹੀ ਦਲੀਲ ਦਿੱਤੀ ਹੈ ਕਿ ਆਪਣੀ ਆਤਮ ਰੱਖਿਆ ਦੇ ਲਈ ਪਰਮਾਣੂ ਹਥਿਆਰ ਜ਼ਰੂਰੀ ਨੇ। ਅਮਰੀਕਾ ਤੇ ਦੱਖਣੀ ਕੋਰੀਆ ਦੀਆਂ ਫੌਜਾਂ ਨੇ ਸੋਮਵਾਰ ਤੜਕੇ ਆਪਣੇ ਫਰੀडम ਸ਼ੀਲਡ ਅਭਿਆਸ ਦੀ ਸ਼ੁਰੂਆਤ ਕੀਤੀ। 2018 ਤੋਂ ਬਾਅਦ ਪਹਿਲੀ ਵਾਰ ਦੋਵੇਂ ਦੇਸ਼ ਇੰਨੇ ਵੱਡੇ ਪੱਧਰ ਤੇ ਅਭਿਆਸ ਕਰ ਰਹੇ ਨੇ। ਨਵੀਨਤਮ ਅਭਿਆਸ ਵਿੱਚ ਫਰੀडम ਸ਼ੀਲਡ 23 ਨਾਮਕ ਇੱਕ ਕੰਪਿਊਟਰ ਸਿਮੂਲੇਸ਼ਨ ਅਤੇ ਕਈ ਸੰਯੁਕਤ ਫੀਲਡ ਸਿਖਲਾਈ ਅਭਿਆਸ ਸ਼ਾਮਲ ਨੇ। ਯੂਐਸ ਦਾ ਇੱਕ ਰੈਸਟੋਰੈਂਟ ਆਪਣੇ ਖਾਸ ਤਰੀਕਿਆਂ ਦੇ ਲਈ ਸੁਰਖੀਆਂ ਬਟੋਰ ਰਿਹਾ ਹੈ। ਹਾਰਟ ਅਟੈਕ ਗ੍ਰਿਲ ਨਾਂ ਦੇ ਰੈਸਟੋਰੈਂਟ ਇੱਥੇ ਆਪਣੇ ਆਪ ਵਿੱਚ ਸਧਾਰਨ ਰੈਸਟੋਰੈਂਟਾਂ ਤੋਂ ਕਈ ਅਰਥਾਂ 'ਚ ਵੱਖਰੇ ਨੇ। ਇੱਥੇ ਕਈ ਤਰ੍ਹਾਂ ਦੇ ਵੱਖਰੇ ਤਰੀਕੇ ਦੇ ਫੂਡ ਨੇ ਔਰ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਗਾਹਕ ਜੇਕਰ ਇੱਥੇ ਪਹੁੰਚ ਜਾਵੇ ਤਾਂ ਉਹਨਾਂ ਨੂੰ ਖਾਣ ਦੀ ਪੂਰੀ ਆਜ਼ਾਦੀ ਹੁੰਦੀ ਹੈ। ਹਾਰਟ ਅਟੈਕ ਗ੍ਰਿਲ ਸੀਰੀਜ਼ ਦੇ ਰੈਸਟੋਰੈਂਟ ਯੂਐਸ ਵਿੱਚ ਵੱਧ ਰਹੇ ਭਾਰ ਵਾਲੇ ਗਾਹਕਾਂ ਲਈ ਇੱਕ ਖਾਸ ਸਕੀਮ ਦਾ ਐਲਾਨ ਕੀਤਾ ਹੈ, ਜਿਸ ਤਹਿਤ ਜੇਕਰ ਕੋਈ ਗਾਹਕ 158 ਕਿਲੋ ਜਾਂ ਇਸ ਤੋਂ ਵੱਧ ਹੋਏਗਾ ਤਾਂ ਫ੍ਰੀ ਵਿੱਚ ਫੂਡ ਆਈਟਮ ਸਰਵ ਕੀਤੇ ਜਾਣਗੇ। ਅਜਿਹੇ ਲੋਕਾਂ ਨੂੰ ਰੈਸਟੋਰੈਂਟ ਵਿੱਚ ਆਪਣੇ ਮਨ ਦੇ ਆਈਟਮ ਖਾਣ ਦੀ ਆਜ਼ਾਦੀ ਹੋਏਗੀ। ਮੋਟਾਪੇ ਨਾਲ ਜੂਝ ਰਹੇ ਲੋਕਾਂ ਨੂੰ ਜੇਕਰ ਉੱਚ ਕੈਲੋਰੀ ਦਾ ਖਾਣਾ ਮਿਲ ਜਾਏ ਤਾਂ ਉਹ ਬਿਮਾਰ ਹੋ ਸਕਦੇ ਨੇ। ਇਸ ਦੇ ਬਾਵਜੂਦ ਹਾਰਟ ਅਟੈਕ ਗ੍ਰਿਲ ਰੈਸਟੋਰੈਂਟ ਵੱਲੋਂ ਵੱਧ ਭਾਰ ਵਾਲਿਆਂ ਨੂੰ ਇਸ ਤਰ੍ਹਾਂ ਦੇ ਖਾਣੇ ਦਾ ਆਫਰ ਦੇਣ ਨੂੰ ਲੋਕ ਸਹੀ ਨਹੀਂ ਮੰਨ ਰਹੇ। ਰੈਸਟੋਰੈਂਟ ਦੀ ਇਸ ਸਕੀਮ ਨੇ ਯੂਐਸ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਵੱਡੇ ਪੈਮਾਨੇ ਤੇ ਉੱਚ ਕੈਲੋਰੀ ਮੈਨੂ ਆਈਟਮ ਤੋਂ ਪਰੇ ਰੈਸਟੋਰੈਂਟ ਨੇ ਆਪਣੀ ਆਕਰਸ਼ਕ ਨੀਤੀ ਤੇ ਇਸ ਦੇ ਭੋਜਨ ਨਾਲ ਜੁੜੀਆਂ ਗੰਭੀਰ ਸਿਹਤ ਜ਼ੋਖਮਾਂ ਨੂੰ ਲੈ ਕੇ ਵਿਵਾਦ ਵੀ ਖੜਾ ਕੀਤਾ ਹੈ। ਲੋਕਾਂ ਨੇ ਰੈਸਟੋਰੈਂਟ ਤੇ ਖਾਣ ਦੀਆਂ ਖਤਰਨਾਕ ਆਦਤਾਂ ਨੂੰ बढ़ावा देने का दोष लगाया। हुण अजिहे अमेरिकी इंटरनेट सैलीब्रिटी निको एवाकाडो ने डबल बाईपास बर्गर दीयां तस्वीरां सांझियां कीतियां। उन्होंने वैट्रेस नूं नर्सां ते रसोईयां वजों तैयार कीता ते एक 20,000 कैलोरी वाले बर्गर नूं प्रमोट कीता। अमेरिका के टैक्सास के डलास शहर में एक अपार्टमेंट बिल्डिंग में हुई गोलीबारी 4 लोगों की मौत हो गई। ये जानकारी एक टैलीविजन चैनल की रिपोर्ट में मिली है। टैलीविजन न्यूज़ चैनल की रिपोर्ट के मुताबक गोलीबारी की घटना ऐतवार रात को वापरी। घटना की पुष्टि करते हुए पुलिस ने दस्सिया कि गोलीबारी उत्तर पश्चिमी डलास खेतर में शाम 7:10 के करीब हुई। पुलिस के मुताबक 4 व्यक्तियों को मौके पर गोलियां लगियां, जिन्हां दी मौके पर ही मौत हो गई। घटना च मारे गए लोगों बारे तुरंत कोई जानकारी नहीं मिल सकी है। अमेरिका ने चाइना ते अरुणाचल प्रदेश नूं वंडण वाली मैकमोहन रेखा नूं अंतरराष्ट्रीय सरहद मन्निया है। इस मुद्दे ते अमेरिकी संसद विच 2 पक्षी प्रस्ताव पेश किया गया, जिस विच अरुणाचल प्रदेश नूं भारत का अटुट अंग मन्निया गया। प्रस्ताव पेश करने वाले संसद मैंबर बिल हैगरटी अते जेफ ने कहा कि जदों चाइना खुले ते मुक्त हिंद प्रशांत महासागर लई चुनौती बनिया होया है तां अजिही स्थिति विच जरूरी है कि अमेरिका अपने रणनीतिक भाईवाला खास करके भारत दे नाल मोढा जोड़ के खड़ा होए। अमेरिकी संसद दे इस दुबल्ले मते दे विच अरुणाचल प्रदेश नूं भारत दा अटुट अंग मन्निया गया अते चाइना दी फौजी कार्रवाई अते LAC ते स्थिति नूं बदलण दीआं कोशिशां दी आलोचना की गई। प्रस्ताव दे विच अमेरिका भारत दे दरमियान रणनीतिक साझेदारी नूं मजबूत करन अते कवाड़ विच सहयोग ਵਧਾਉਣ ਦੀ ਵੀ ਗੱਲ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਸੰਸਦ ਦਾ ਇਹ ਪ੍ਰਸਤਾਵ ਅਜਿਹੇ ਸਮੇਂ 'ਚ ਆਇਆ ਜਦੋਂ ਲੈਕ ਦੇ ਪੂਰਬੀ ਸੈਕਟਰ 'ਚ ਚਾਈਨਾ ਅਤੇ ਭਾਰਤ ਦੇ ਸੈਨਿਕ ਵਿਚਾਲੇ ਹਿੰਸਕ ਝੜਪਾਂ ਹੋਈਆਂ। ਵਿਨੀਪੈਗ ਵਿੱਚ ਪੰਜਾਬੀਆਂ ਦੇ ਭਰ ਵਸੋਂ ਵਾਲੇ ਇਲਾਕੇ ਮੈਪਲ ਅਤੇ ਨਾਲ ਲੱਗਦੇ ਕਈ ਇਲਾਕਿਆਂ ਤੋਂ
प्रोजेक्ट पोपी तहत की गई छापेमारी के दौरान तकरीबन 3.4 मिलियन डॉलर कीमत की ड्रग जिस विच बड़ी मात्रा दे विच अफीम हैरोइन शामिल सी जब्त की गई है। इस छापेमारी के दौरान सेफ डिपॉजिट बॉक्सां तो लाखां डॉलर की नकदी ते गहने भी बरामद किए गए। विनीपैग पुलिस की ड्रग इनफोर्समेंट यूनिट का कहना है कि नशे की एक खेप दुबई तो एक वपारक एयरलाइन राही गलीचियां च छुपा के विनीपैग भेजी गई सी ਅਤੇ ਗਲੀਚਿਆਂ ਦੀ ਪਹੁੰਚ ਨਾਲ ਜੁੜੇ ਸਾਰੇ ਨਾਂ ਅਤੇ ਪਤੇ ਫਰਜ਼ੀ ਸਨ। ਨਤੀਜੇ ਵਜੋਂ ਗਲੀਚੇ ਵਿਨੀਪੈਗ ਦੇ ਇੱਕ ਸਟੋਰੇਜ सहूलत ਵਿੱਚ ਵਾਪਸ ਭੇਜ ਦਿੱਤੇ ਗਏ ਸੀ। ਸੰਯੁਕਤ ਜਾਂਚ ਟੀਮ ਵੱਲੋਂ ਇਸ ਮਾਮਲੇ 'ਚ ਵਿਨੀਪੈਗ ਨਾਲ ਸੰਬੰਧਿਤ 10 ਜਣਿਆਂ ਤੇ ਚਾਰਜ ਲਗਾਏ ਗਏ। गिरफ्तार ਹੋਣ ਵਾਲਿਆਂ 'ਚ ਹਰਪ੍ਰੀਤ ਸੰਧੂ, ਗੁਰਪ੍ਰੀਤ ਮਾਨ, ਮਨੀਸ਼ਾ ਕੌਰ ਕਰੇਵਾਲ ਨੂੰ ਇਹਨਾਂ ਗਲੀਚਿਆਂ ਦੇ ਕਬਜ਼ੇ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਅਦਾਲਤੀ ਪੇਸ਼ੀ ਤੇ ਪੇਸ਼ ਹੋਣ ਦੇ ਵਾਅਦੇ ਦੇ ਤਹਿਤ ਰਿਹਾ ਕਰ ਦਿੱਤਾ ਗਿਆ। ਚੀਨ ਤੇ ਹੋਰਨਾਂ ਦੇਸ਼ਾਂ ਵੱਲੋਂ ਫੈਡਰਲ ਚੋਣਾਂ ਦੇ ਵਿੱਚ ਕੀਤੀ ਗਈ ਦਖਲਅੰਦਾਜ਼ੀ ਦੇ ਮਾਮਲੇ 'ਚ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਇੱਕ ਸਪੈਸ਼ਲ ਮਾਹਿਰ ਨਿਯੁਕਤ ਕਰਨ ਦਾ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇੱਕ ਹਫ਼ਤੇ ਪਹਿਲਾਂ ਐਲਾਨ ਕੀਤਾ ਗਿਆ ਸੀ। ਟਰੂਡੋ ਨੇ ਹੁਣ ਵੀ ਇਹੋ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਦੇ ਵਿੱਚ ਕੈਨੇਡੀਅਨਸ ਨੂੰ ਇਹ ਪਤਾ ਲੱਗ ਜਾਏਗਾ ਕਿ ਇਸ ਕੰਮ ਦੇ ਲਈ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ। ਮੰਗਲਵਾਰ ਨੂੰ ਨੋਵਾ ਸਕੋਸ਼ੀਆ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਸਿਸਟਮ ਦੇ ਵਿੱਚ ਭਰੋਸਾ ਰੱਖਣਾ ਕੈਨੇਡੀਅਨਸ ਦੇ ਲਈ ਕਿੰਨਾ ਜ਼ਰੂਰੀ ਹੈ ਤੇ ਇਸ ਦੇ ਲਈ ਸਾਨੂੰ ਸਹੀ ਆਜ਼ਾਦ ਮਾਹਿਰ ਦੀ ਲੋੜ ਹੈ। ਉਹਨਾਂ ਨੇ ਆਖਿਆ ਕਿ ਇੱਥੇ ਮਸਲਾ ਇਹ ਨਹੀਂ ਹੈ ਕਿ ਇੱਕ ਸਿਆਸੀ ਪਾਰਟੀ ਜਾਂ ਦੂਜੀ ਪਾਰਟੀ ਕੀ ਆਖਦੀ ਹੈ। ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਸਾਡੀ ਜਮਹੂਰੀ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦੇ ਲਈ ਮਾਹਿਰ ਰਲ ਕੇ ਕੰਮ ਕਰ ਰਹੇ ਨੇ। ਇਸ ਮੁੱਦੇ ਤੇ ਕੈਨੇਡੀਅਨਸ ਵੱਲੋਂ ਹਾਸਲ ਹੋ ਰਹੇ ਰਲਵੇਂ ਮਿਲਵੇਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੂਡੋ ਤਹਈਆ ਪ੍ਰਗਟਾਇਆ ਹੈ, ਜਿਸ ਵਿੱਚ ਮਾਹਿਰ ਵੀ ਇਸ ਨੂੰ ਕੰਮ ਦੇ ਲਈ ਚੁਣਿਆ ਜਾਂਦਾ ਹੈ। ਉਸ ਵੱਲੋਂ ਜੇ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਜਾਏਗਾ ਤਾਂ ਲਿਬਰਲ ਉਸ ਦੇ ਫੈਸਲੇ ਉੱਤੇ ਫੁੱਲ ਚੜਾਉਣਗੇ। पंजाबी गायक शुभदीप सिंह सिद्धू मूसेवाल के कतल मामले पंजाब पुलिस वालों गिरफ्तार किए गए खतरनाक गैंगस्टर लॉरेंस बिश्नोई वालों मंगलवार को एक टीवी चैनल में दिते गए इंटरव्यू ने हलचल मचा दी है। इंटरव्यू के बिश्नोई ने न केवल सिद्धू मूसेवाल के कतल को सही ठहराया, सगों बॉलीवुड एक्टर सलमान खान को भी एक बार फिर धमकी दी। ध्यान रहे कि मौजूदा समय में बिश्नोई बठिंडा जेल में बंद है। इंटरव्यू के लॉरेंस बिश्नोई ने कहा कि सिद्धू मूसेवाल के नाल उन्हां दी कोई दुश्मनी नहीं सी, पर ਵਿੱਕੀ ਮਿੱਡੂ ਖੇੜਾ ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਦਾ ਕਤਲ ਕਰਨ ਵਾਲਿਆਂ ਨੂੰ ਮੂਸੇਵਾਲ ਨੇ ਸਹਾਇਤਾ ਦਿੱਤੀ ਸੀ। ਉਸ ਦੇ ਮੈਨੇਜਰ ਦੀ ਭੂਮਿਕਾ ਵੀ ਸਾਫ਼ ਤੌਰ ਤੇ ਸਾਹਮਣੇ ਆ ਗਈ ਸੀ। ਬਸ ਇਸ ਗੱਲ ਦਾ ਗੁੱਸਾ ਸੀ ਸਾਡੇ ਵਿਰੋਧੀਆਂ ਨੇ ਹੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਵਾਇਆ। ਇਹਨਾਂ ਕਤਲਾਂ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲ ਸਾਡੇ ਵਿਰੋਧੀ ਗੈਂਗ ਵਾਲਿਆਂ ਨੂੰ ਤਾਕਤਵਰ ਕਰਨ ਵਿੱਚ ਲੱਗਾ ਹੋਇਆ ਹੈ। ਮੈਂ ਟਰਾਈ ਕੀਤਾ ਸੀ ਪਰ ਕੰਮ ਹੋ ਨਹੀਂ ਸਕਿਆ, ਜਿਸ ਤੋਂ ਬਾਅਦ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਇਹ ਕੰਮ ਨਿਪਟਾਉਣ ਦੇ ਲਈ ਕਿਹਾ। ਉਹਨਾਂ ਨੇ ਸਾਰੀ ਪਲੈਨਿੰਗ ਬਣਾਈ ਅਤੇ ਮਈ ਵਿੱਚ ਕੰਮ ਨੂੰ ਅੰਜਾਮ ਦੇ ਦਿੱਤਾ। ਬਿਸ਼ਨੋਈ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਪੱਖਪਾਤ ਕਰਦੇ ਹੋਏ ਕਾਰਵਾਈ ਕਰਦੀ ਹੈ ਕਿਉਂਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ 'ਚ ਇੱਕ ਵਾਰ ਵੀ ਮੂਸੇਵਾਲ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਨਾ ਹੀ ਉਸਦੇ ਮੈਨੇਜਰ ਨੂੰ ਬੁਲਾਇਆ ਗਿਆ, ਕਿਉਂਕਿ ਸਿੱਧੂ ਮੂਸੇਵਾਲ ਦੀ ਕਈ ਕਾਂਗਰਸ ਨੇਤਾਵਾਂ ਦੇ ਨਾਲ ਬਣਦੀ ਸੀ ਅਤੇ ਉਸ ਸਮੇਂ ਕਾਂਗਰਸ ਦੀ ਹੀ ਪੰਜਾਬ ਵਿੱਚ ਸਰਕਾਰ ਸੀ। ਲੌਰੈਂਸ ਬਿਸ਼ਨੋਈ ਨੇ ਕਿਹਾ ਕਿ ਹੁਣ ਵੀ ਮੂਸੇਵਾਲ ਦਾ ਕਤਲ ਹੋਣ ਤੋਂ ਬਾਅਦ ਬੇਵਜ੍ਹਾ 50 ਲੋਕਾਂ ਨੂੰ ਉਸਦੇ ਕੇਸ ਕਾਰਨ ਅੰਦਰ ਕੀਤਾ ਹੋਇਆ ਹੈ, ਜਦਕਿ ਕਈਆਂ ਨੇ ਤਾਂ ਸਿਰਫ ਚਾਹ ਪਾਣੀ ਹੀ ਪਿਲਾਇਆ ਸੀ ਪਰ ਕੰਮ ਕਰਨ ਵਾਲਿਆਂ ਨੂੰ। ਇਸੇ ਤਰ੍ਹਾਂ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਦੇਣ ਦੇ ਲਹਿਜ਼ੇ 'ਚ ਕਿਹਾ ਕਿ ਜਾਂ ਤਾਂ ਸਲਮਾਨ ਖਾਨ ਨੂੰ ਮਾਫੀ ਮੰਗਣੀ ਪਏਗੀ ਜਾਂ ਫਿਰ ਉਸ ਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਸਮਝਾਵਾਂਗੇ। ਉਧਰ ਇਸ ਇੰਟਰਵਿਊ ਦੇ ਚੱਲਣ ਤੋਂ ਬਾਅਦ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐਨਡੀ ਨੇਗੀ ਨੇ ਸਪਸ਼ਟੀਕਰਨ ਦਿੰਦੇ ਕਿਹਾ ਕਿ ਬਿਸ਼ਨੋਈ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਇਹ ਇੰਟਰਵਿਊ ਬਠਿੰਡਾ ਜੇਲ੍ਹ ਦੇ ਅੰਦਰ ਨਹੀਂ ਹੋਈ ਹੈ। ਨੇਗੀ ਦਾ ਕਹਿਣਾ ਹੈ ਕਿ ਬਠਿੰਡਾ ਜੇਲ੍ਹ ਪੂਰੀ ਤਰ੍ਹਾਂ ਜੈਮਰਾਂ ਦੇ ਨਾਲ ਲੈਸ ਹੈ ਅਤੇ ਮੋਬਾਈਲ ਇਸਤੇਮਾਲ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਿਸ਼ਨੋਈ ਅਕਸਰ ਹੀ ਦੂਜੇ ਸੂਬਿਆਂ ਦੇ ਵਿੱਚ ਪੇਸ਼ੀ ਤੇ ਜਾਂਦਾ ਰਹਿੰਦਾ ਹੈ, ਸੰਭਾਵਨਾ ਹੈ ਕਿ ਉੱਥੇ ਇਹ ਰਿਕਾਰਡ ਹੋਈ ਹੋਏਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।